हेलो स्टूडेंट्स, साडा अज का टॉपिक है फ्रीक्वेंसी डिस्ट्रीब्यूशन। ये टॉपिक है जोड़ा बेसिक स्टैटिस्टिक्स का टॉपिक है, जोड़ा तुहाडे BEd के सिलेबस के BA BEd BSc BEd के कंपलसरी पेपर है। इस तो इलावा इकनॉमिक्स के जोड़े स्टूडेंट्स ने स्टैटिस्टिक्स नाल संबंधित स्टूडेंट्स ने उन्होंने भी बेनीफिशियल है। सब तो पहला असी मीनिंग देखांगे, फ्रीक्वेंसी की हुंदी है, फ्रीक्वेंसी डिस्ट्रीब्यूशन की हुंदी है। साडे कोल डाटा दिता होया हुंदा जिहड़ा कि किसी भी माप तोल च नहीं हुंदा, तां रा तुसी कह सकदे कि रा डाटा दिता होया हुंदा, तां उहदे तो असी एक डिस्ट्रीब्यूशन तैयार करते हैं सीरीयल वाइज सिस्टमैटिक, जिसनों फ्रीक्वेंसी डिस्ट्रीब्यूशन बोलते हैं असी। तां इहदा मीनिंग असी करते हैं, इट इज़ अ सीरीज इन विच आइटम कैन नॉट बी एग्जैक्टली measured. The items assume a range of values and are placed within a range or limits. In other words, a frequency distribution is merely a method of arranging scores into groups or class intervals. It may be considered as a method of presenting a collection of groups of scores in such a way as to show the frequency in each group's scores or class. ਤਾਂ ਇਹ ਫ੍ਰੀਕੁਐਂਸੀ ਡਿਸਟਰੀਬਿਊਸ਼ਨ ਦੇ ਵਿੱਚ ਅਸੀਂ ਡਾਟਾ ਇਸ ਤਰੀਕੇ ਨਾਲ ਵੰਡਦੇ ਹਾਂ ਕਿ ਉਹਨੂੰ ਸਿਸਟੇਮੈਟਿਕ ਢੰਗ ਨਾਲ ਅਰੇਂਜ ਕਰ ਲੈਂਦੇ ਹਾਂ ਗਰੁੱਪ ਦੇ ਵਿੱਚ ਜਾਂ ਕਲਾਸ ਇੰਟਰਵਲ ਦੇ ਵਿੱਚ, ਜਿਹਦੇ ਨਾਲ ਕਿ ਉਹਨਾਂ ਦੀ ਪ੍ਰੈਜੈਂਟੇਸ਼ਨ ਹੈ ਜਿਹੜੀ ਉਹ ਸੌਖੀ ਹੋ ਜਾਂਦੀ ਹੈ ਅਤੇ ਉਹਨਾਂ ਦੀ ਕੈਲਕੂਲੇਸ਼ਨ ਹੈ ਜਿਹੜੀ ਉਹ ਅਸੀਂ ਆਸਾਨੀ ਨਾਲ ਕਰ ਸਕਦੇ ਹਾਂ। ਤਾਂ ਕਿਸੇ ਵੀ ਮੈਥਡ ਨੂੰ, ਕਿਉਂਕਿ ਅਸੀਂ ਅੱਗੇ ਮੈਥਡ ਜਿਹੜੇ ਕਰਨੇ ਹੁੰਦੇ ਨੇ ਉਹ ਸਾਰੇ ਇਸ ਦੇ ਉੱਤੇ ਹੀ ਬੇਸਡ ਹੁੰਦੇ ਨੇ ਕਿ ਕਿਸ ਤਰ੍ਹਾਂ ਡਾਟਾ ਕਲੈਕਟ ਕਰਕੇ ਅਸੀਂ ਕਿਸ ਤਰ੍ਹਾਂ ਉਹਨੂੰ ਅਰੇਂਜ ਕਰਨਾ ਹੈ। ਅੱਗੇ ਅਸੀਂ ਦੇਖਦੇ ਹਾਂ ਕਿ ਫ੍ਰੀਕੁਐਂਸੀ ਡਿਸਟਰੀਬਿਊਸ਼ਨ ਪ੍ਰੀਪੇਅਰ ਕਿਵੇਂ ਕਰਨੀ ਆ। In order to make a frequency distribution series, the raw data collected from tests and experiments may be classified in a systematic manner. ਤਾਂ ਇਹਦੇ ਲਈ ਅਸੀਂ ਇੱਕ ਐਗਜ਼ਾਮਪਲ ਲਈ ਹੋਈ ਆ, marks obtained by 30 students of 12th class in statistics। ਤਾਂ 30 ਸਟੂਡੈਂਟਸ ਦਾ ਡਾਟਾ ਸਾਡੇ ਕੋਲ ਪਿਆ ਹੈ ਮਾਰਕਸ ਦਾ, ਤਾਂ ਅਸੀਂ ਇਹਨੂੰ ਇਸ ਤਰ੍ਹਾਂ ਨਾਲ ਆਮ ਤੌਰ 'ਤੇ ਸ਼ੋਅ ਕਰਦੇ ਹਾਂ। ਤਾਂ ਇਸ ਰਾ ਡਾਟੇ ਨੂੰ ਅਰੇਂਜ ਕਰਨ ਲਈ ਸਭ ਤੋਂ ਪਹਿਲਾ ਸਟੈਪ ਹੈਗਾ ਟੂ ਅਰੇਂਜ ਦਾ ਸਕੋਰਸ ਇਨ ਅਸੈਂਡਿੰਗ ਔਰ ਡਿਸੈਂਡਿੰਗ ਆਰਡਰ। ਪਹਿਲਾਂ ਸਾਰੇ ਸਕੋਰਸ ਨੂੰ ਤੁਸੀਂ ਅਸੈਂਡਿੰਗ ਜਾਂ ਡਿਸੈਂਡਿੰਗ ਆਰਡਰ ਦੇ ਵਿੱਚ ਲਗਾਉਣਾ ਹੈ। ਨੰਬਰ 2, ਟੂ ਡਿਟਰਮਾਈਨ ਦਾ ਰੇਂਜ। ਉਸ ਤੋਂ ਬਾਅਦ ਰੇਂਜ ਤੁਸੀਂ ਡਿਟਰਮਾਈਨ ਕਰਨੀ ਆ। ਰੇਂਜ ਕਿਵੇਂ ਕੱਢੀ ਦੀ ਆ? ਡਿਫਰੈਂਸ ਬਿਟਵੀਨ ਦਾ ਹਾਈਐਸਟ ਸਕੋਰ ਐਂਡ ਲੋਐਸਟ ਸਕੋਰ। ਹਾਈਐਸਟ ਸਕੋਰ ਸੀਰੀਜ਼ ਦੇ ਵਿੱਚ ਅਤੇ ਲੋਐਸਟ ਸਕੋਰ ਦਾ ਡਿਫਰੈਂਸ ਆ ਜਿਹੜਾ ਉਹਨੂੰ ਰੇਂਜ ਕਿਹਾ ਜਾਂਦਾ ਹੈ। ਜਿਵੇਂ ਸਾਡੇ ਕੋਲ ਇੱਥੇ 45 ਅਤੇ 10 ਦਾ ਜਿਹੜਾ ਡਿਫਰੈਂਸ ਆ 35 ਆ ਗਿਆ। ਤੀਜਾ ਸਟੈਪ ਆ ਇਹਦਾ ਟੂ ਡਿਟਰਮਾਈਨ ਦਾ ਕਲਾਸ ਇੰਟਰਵਲ, CI ਵੀ ਬੋਲਦੇ ਨੇ ਇਹਨਾਂ ਨੂੰ। ਇਫ ਦਾ ਰੇਂਜ ਆਫ ਦਾ ਸਕੋਰ ਇਜ਼ ਸਮਾਲ, ਸਮਾਲਰ ਕਲਾਸ ਇੰਟਰਵਲ ਸ਼ੁੱਡ ਬੀ ਯੂਜ਼ਡ। If the range is large, the larger class interval should be used, but class interval should not be too large or too small. If the range is divided by the size of interval, we will know the number of these intervals. ਤਾਂ ਸਾਨੂੰ ਇਹ ਪਤਾ ਲੱਗ ਜਾਂਦਾ ਕਿ ਕਿੰਨੇ ਸਾਡੇ ਕਲਾਸ ਇੰਟਰਵਲ ਬਣਨਗੇ ਰੇਂਜ ਦੇ ਹਿਸਾਬ ਨਾਲ। ਤਾਂ ਅਸੀਂ ਇੱਥੇ ਇਹ ਨਹੀਂ ਕਿ ਬਹੁਤ ਜ਼ਿਆਦਾ ਕਲਾਸ ਇੰਟਰਵਲ ਬਣਾ ਲਈਏ ਜਾਂ ਬਹੁਤ ਘੱਟ ਕਲਾਸ ਇੰਟਰਵਲ ਬਣਾ ਲਈਏ, ਅਸੀਂ ਮਿਡ ਜੇ 'ਚ ਰੱਖਦੇ ਹੁੰਦੇ ਹਾਂ। ਤਾਂ ਇੱਥੇ ਵੀ ਕੈਲਕੂਲੇਸ਼ਨ ਹੋਈ ਵੀ ਹੈ ਕਿ ਕਿੰਨੇ ਕਲਾਸ ਇੰਟਰਵਲ ਬਣ ਸਕਦੇ ਨੇ ਸਾਡੀ ਸੀਰੀਜ਼ ਦੇ। ਨੰਬਰ ਆਫ ਕਲਾਸ ਇੰਟਰਵਲਸ ਇਜ਼ ਇਕੁਅਲ ਟੂ ਰੇਂਜ ਆਫ ਸਕੋਰਸ ਓਵਰ ਸਾਈਜ਼ ਆਫ ਕਲਾਸ ਇੰਟਰਵਲ। ਤਾਂ ਇਹਦੇ ਵਿੱਚ ਨੰਬਰ ਆਫ ਕਲਾਸ ਇੰਟਰਵਲਸ ਕਿਵੇਂ ਹੋਣਗੇ? ਜਿਵੇਂ ਸਾਡੇ ਕੋਲ 35 ਆ ਗਈ ਰੇਂਜ, ਤਾਂ ਟੋਟਲ ਡਿਫਰੈਂਸ ਆ ਜਿਹੜਾ ਕਲਾਸ ਇੰਟਰਵਲ ਦਾ ਸਾਈਜ਼ ਆ ਜਿਹੜਾ ਉਹ 5 ਆ, ਤਾਂ 7 ਜਿਹੜੇ ਇੰਟਰਵਲ ਉਹ ਸਾਡੇ ਬਣਨਗੇ। ਅੱਗੇ ਸਟੈਪ ਆ ਟੂ ਟੈਬੂਲੇਟ ਦਾ ਸਕੋਰਸ। ਹੁਣ ਕਲਾਸ ਇੰਟਰਵਲ ਅਸੀਂ ਬਣਾ ਲਏ, ਉਹਦੇ ਵਿੱਚ ਸਕੋਰਸ ਕਿਵੇਂ ਅਸੀਂ ਟੇਬਲ ਦੇ ਰੂਪ 'ਚ ਬਣਾਵਾਂਗੇ? ਤਾਂ ਕਲਾਸ ਇੰਟਰਵਲ ਸਾਡੇ ਕੋਲ 10 ਤੋਂ 15, ਕਿਉਂਕਿ ਲੋਐਸਟ ਜਿਹੜਾ ਸਾਡਾ 10 ਆ ਅਤੇ ਹਾਈਐਸਟ ਜਿਹੜਾ ਸਾਡਾ 45 ਆ। ਤਾਂ ਕਿਉਂਕਿ 45 ਤੋਂ ਅਸੀਂ ਇੱਕ ਜਿਹੜਾ ਗਿਣਤੀ ਹੈ 45 ਦੇ ਅਗਲੇ ਉਹਦੇ ਵਿੱਚ ਕਰਾਂਗੇ
ਤਾਂ ਇੱਕ ਵਧਾ ਕੇ ਕਰਦੇ ਹੁੰਦੇ ਆ 10 to 15 5 ਦੇ ਡਿਫਰੈਂਸ ਨਾਲ ਅਸੀਂ ਕਲਾਸ ਇੰਟਰਵਲ ਬਣਾ ਲਏ। ਇਸ ਤੋਂ ਬਾਅਦ ਟੈਲੀਜ਼ ਦਾ ਕਾਲਮ ਬਣਾਉਣਾ, ਫਿਰ ਫ੍ਰੀਕੁਐਂਸੀ ਦਾ ਬਣਾਉਣਾ ਹੈ। ਤਾਂ ਟੈਲੀ ਸਾਡੇ ਕੋਲ 10 ਤੋਂ 15 ਦੇ ਵਿੱਚ ਤਾਂ ਅਸੀਂ ਇੱਥੇ 10 ਤੋਂ 14 ਤੱਕ ਗਿਣਾਂਗੇ। 15 ਦੋ ਵਾਰੀ ਨਹੀਂ ਗਿਣਾਂਗੇ, 15 ਅਸੀਂ ਅਗਲੀ ਸੀਰੀਜ਼ ਦੇ ਵਿੱਚ ਗਿਣਾਂਗੇ। ਤਾਂ 10 ਤੋਂ 14 ਦੇ ਵਿੱਚ ਕਿੰਨੇ ਸਕੋਰ ਨੇ? ਤਾਂ ਹੁਣ ਅਸੀਂ ਪਿੱਛੇ ਦੇਖੀਏ, ਜੇ ਸਾਡੀ ਰਕਮ ਦੇ ਵਿੱਚ 10 ਤੋਂ 15 ਦੇ ਵਿੱਚ ਕਿੰਨੇ ਸਕੋਰ ਨੇ, 14 ਦੇ ਵਿੱਚ, ਤਾਂ ਇੱਥੇ ਕੀ ਆ 4 ਸਕੋਰਸ ਨੇ। 15 ਤਾਂ ਅਸੀਂ ਗਿਣਨਾ ਨਹੀਂ ਹੈਗਾ, ਤਾਂ ਅਸੀਂ ਇੱਥੇ 4 ਲਗਾ ਲਿਆ। ਇਸੇ ਤਰ੍ਹਾਂ 15 ਤੋਂ 19, ਤਾਂ ਇੱਥੇ ਅਸੀਂ 20 ਨਹੀਂ ਗਿਣਨਾ, 15 ਤੋਂ 19। ਤਾਂ 15 ਤੋਂ 19 ਦੇ ਵਿੱਚ ਜੇ 5 ਆਈਟਮਸ ਨੇ ਤਾਂ ਅਸੀਂ 4 ਇਸ ਤਰ੍ਹਾਂ ਲਿਖ ਕੇ ਇੱਕ ਟੇਢੀ ਲਾਈਨ ਲਗਾ ਦਿੰਦੇ ਹੁੰਦੇ ਹਾਂ, 5 ਬਣ ਜਾਂਦਾ ਇਹ। ਤਾਂ ਇਸ ਤਰ੍ਹਾਂ ਨਾਲ 5 ਲਿਖਤਾ। 20 ਤੋਂ 24, ਤਾਂ ਹੁਣ ਅਸੀਂ ਦੇਖੀਏ ਜੇ 20 ਤੋਂ 24, 20 ਤੋਂ ਲੈ ਕੇ 24 ਤੱਕ ਕਿੰਨੇ ਨੇ, ਤਾਂ ਇਹ ਕਾਊਂਟਿੰਗ ਕਰਕੇ ਅਸੀਂ, ਕਿਉਂਕਿ 25 ਤਾਂ ਗਿਣਨਾ ਨਹੀਂ ਹੈਗਾ ਅਸੀਂ, ਤਾਂ 20 ਤੋਂ 24 ਤੱਕ ਸਾਡੇ ਕੋਲ 8 ਨੇ। ਤਾਂ ਇਸ ਤਰ੍ਹਾਂ ਨਾਲ ਅਸੀਂ 8 ਟੈਲੀਜ਼ ਲਗਾ ਕੇ 8 ਫ੍ਰੀਕੁਐਂਸੀ ਲਿਖ ਦਾਂਗੇ। ਇਸੇ ਤਰ੍ਹਾਂ 25 ਤੋਂ 30, 30 ਤੋਂ 35 ਤੇ ਸਾਰੇ ਅਸੀਂ ਲਿਖ ਦਾਂਗੇ। ਤਾਂ ਸਾਡੇ ਕੋਲ ਫ੍ਰੀਕੁਐਂਸੀ ਦਾ ਜੋੜ ਆ ਜਿਹੜਾ ਉਹ 30 ਆਊਗਾ। ਜੇ ਜੋੜ ਤੁਹਾਡਾ 30 ਨਹੀਂ ਆਉਂਦਾ, ਮੀਨਸ ਜਿੰਨੇ ਤੁਹਾਨੂੰ ਡਾਟਾ ਦਿੱਤਾ ਉਹਨਾਂ ਨਹੀਂ ਆਉਂਦਾ, ਤਾਂ ਇਟ ਮੀਨਸ ਤੁਹਾਡੀ ਕਿਤੇ ਗੜਬੜ ਹੋਈ ਵੀ ਹੈ ਫ੍ਰੀਕੁਐਂਸੀ ਫਾਈਂਡ ਆਊਟ ਕਰਨ ਦੇ ਵਿੱਚ। ਤਾਂ ਇਸ ਤਰ੍ਹਾਂ ਨਾਲ ਜਿਹੜਾ ਇਹ ਟੇਬਲ ਬਣਾ ਕੇ ਅਸੀਂ ਫ੍ਰੀਕੁਐਂਸੀ ਡਿਸਟ੍ਰੀਬਿਊਸ਼ਨ ਦੇ ਸਟੈਪ ਨੇ ਜਿਹੜੇ ਕਰ ਸਕਦੇ ਹਾਂ, ਅਤੇ ਆਪਣੇ ਜਿਹੜਾ ਰਾ ਡਾਟਾ ਹੈ ਉਹਨੂੰ ਅਸੀਂ ਟੇਬਲ ਦੀ ਫਾਰਮ 'ਚ ਲਿਆ ਕੇ ਉਸ ਨੂੰ ਅੱਗੇ ਕੈਲਕੂਲੇਟ ਕਰ ਸਕਦੇ ਹਾਂ। ਤਾਂ ਅੱਜ ਦੀ ਵੀਡੀਓ 'ਚ ਇੰਨਾ ਹੀ, ਅੱਗੇ ਫਿਰ ਮਿਲਦੇ ਹਾਂ ਅਗਲੀ ਵੀਡੀਓ ਦੇ ਨਾਲ। ਓਕੇ, ਥੈਂਕਸ।